ब्रेक तो बाद एक बार फिर तो तुहाडा स्वागत है। साडे नाल बने हुए ने अनुज वालिया जी। सो इन्हां दे नाल एक बार फिर तो सवालों का सिलसिला शुरू करते हैं। सो अनुज जी, मैं जानना चाहूँगी कि जिस तरह कोर सबजैक्ट्स होंदे ने स्टूडेंट्स दे, जे उहदे विचों किसी एक दे विचों मार्क्स घट होण तो उहनूं किस तरह देखदे हो? हर एक फाइल अपने आप ਦੇ ਵਿੱਚ ਇੱਕ ਅਲੱਗ ਫਾਈਲ ਹੈ ਹਨਾ। ਇੱਕ ਕੋਰ ਸਬਜੈਕਟ ਦੇ ਵਿੱਚੋਂ ਨੰਬਰ ਘੱਟ ਹੋਣਾ ਇੱਕ ਬਹੁਤ ਕਾਮਨ ਪ੍ਰੋਬਲਮ ਹੈ ਬੱਚਿਆਂ ਦੀ। ਇਹ ਅੱਗੇ ਲੀਡ ਕਰਦੀ ਹੈ ਇਰਰੈਲੇਵੈਂਸੀ ਆਫ ਕੋਰਸ ਸਿਲੈਕਸ਼ਨ, ਕਿਉਂਕਿ ਹਰ ਕਾਲਜ ਦਾ ਜਿਹੜਾ ਐਲੀਜੀਬਿਲਟੀ ਰਿਕੁਆਇਰਮੈਂਟ ਹੈ ਉਹ ਅਲੱਗ ਹੈ ਤੇ ਇਹ ਸਾਡੇ ਤਜਰਬੇ ਦੇ ਨਾਲ ਸਾਨੂੰ ਚੀਜ਼ਾਂ ਮਿਲੀਆਂ ਹੈਗੀਆਂ ਆ। ਤੇ ਅੱਜ ਦੀ ਡੇਟ ਦੇ ਵਿੱਚ ਆਪਾਂ ਕੋਈ ਇੱਦਾਂ ਦਾ ਇਰਰੈਲੇਵੈਂਟ ਕੋਰਸ ਬੱਚੇ ਨੂੰ ਨਹੀਂ ਦਿੰਦੇ ਜਿਹਦਾ ਕਿ ਕੰਸੀਕੁਐਂਸ ਉਹਦਾ ਵੀਜ਼ਾ ਰਿਫਿਊਜ਼ਲ ਹੋਵੇ। ਆਪਾਂ ਆਪਣੇ ਤਜਰਬੇ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਈਜ਼ੀਲੀ ਬਾਹਰ ਭੇਜ ਦਿੰਦੇ ਆ ਕਿ ਜਾਂ ਸਭ ਤੋਂ ਮੇਨ ਪ੍ਰੋਬਲਮ ਇਹ ਆ ਕਿ ਬੱਚੇ ਆਉਂਦੇ ਆ ਉਹ ਕਹੂਗੇ ਸਰ ਸਾਡੇ ਮੈਥ ਦੇ ਵਿੱਚ 43 ਨੰਬਰ ਆ, ਸਾਡੇ ਮੈਥ ਦੇ ਵਿੱਚ 47 ਨੰਬਰ ਆ। ਈਵਨ ਕਈ ਇੱਦਾਂ ਦੇ ਕੇਸਿਸ ਰਹੇ ਆ ਜਿਹਦੇ ਵਿੱਚ ਮੈਥ 'ਚ 33 ਨੰਬਰ, ਇਕਨੋਮਿਕਸ 'ਚ 33 ਨੰਬਰ, ਕੋਰ ਸਬਜੈਕਟਾਂ ਦੇ ਵਿੱਚੋਂ ਮਾਰਕਸ ਘੱਟ ਆ ਹੈ ਨਾ। ਅਤੇ ਉਹ ਆਪਾਂ ਜਿੱਦਾਂ ਹੁਣ ਮੈਥ ਦੇ ਘੱਟ ਆ ਉਹਨਾਂ ਦੇ ਲਈ ਅਲੱਗ ਕੋਰਸਿਸ ਆ। ਆਪਾਂ ਆਪਣੇ ਤਜਰਬੇ ਦੇ ਨਾਲ ਬੱਚਿਆਂ ਨੂੰ ਕੋਰਸ ਸਿਲੈਕਸ਼ਨ ਕਰਵਾਈ ਦੀ ਹੈ ਅਤੇ ਸਕਸੈਸਫੁਲੀ ਵੀਜ਼ਾ ਜਿਹੜਾ ਆ ਉਹਨਾਂ ਦਾ ਲੈ ਲਈਦਾ। ਸਾਨੂੰ ਮੈਡਮ ਉਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਅਤੇ ਆਪਾਂ ਦਾਅਵਾ ਕਰਦੇ ਹਾਂ ਕਿ ਹਾਂ ਨੰਬਰ ਘੱਟ ਹੈ, ਸਾਡੇ ਕੋਲ ਵਿਜ਼ਿਟ ਕਰੋ, ਆਪਾਂ ਤੁਹਾਡਾ ਵੀਜ਼ਾ ਤੁਹਾਡੇ ਹੱਥ ਵਿੱਚ ਲੈ ਕੇ ਦੇਵਾਂਗੇ। ਤੇ ਸਰ ਕਈ ਵਾਰ ਇੱਦਾਂ ਹੁੰਦਾ ਬੱਚਿਆਂ ਦੇ ਰਿਫਿਊਜ਼ ਹੋ ਜਾਂਦੇ ਨੇ ਵੀਜ਼ਾ, ਕਿ ਉਹਨਾਂ ਦੇ ਹਰੇਕ ਪਾਸਿਓਂ ਕੁਆਲੀਫਾਈ ਹੁੰਦੇ ਨੇ ਬਟ ਫਿਰ ਵੀ ਰਿਫਿਊਜ਼ ਹੋ ਜਾਂਦੇ ਨੇ ਵੀਜ਼ਾ। ਇਹਦਾ ਕੀ ਕਾਰਨ ਹੈ ਅਤੇ ਉਹਦੇ ਵਿੱਚ ਵੀ ਤੁਸੀਂ ਡੀਲ ਕਰਦੇ ਹੋ? ਹਾਂਜੀ ਮੈਮ, ਰਿਫਿਊਜ਼ਲ ਕੇਸਿਸ ਸਾਡੇ ਕੋਲ ਬਹੁਤ ਆਉਂਦੇ ਆ। ਬੱਚਿਆਂ ਦਾ ਵੀਜ਼ਾ ਜਿਹੜਾ ਰਿਫਿਊਜ਼ ਹੋਇਆ ਹੁੰਦਾ ਆ ਉਹ ਫਾਈਲਿੰਗ ਕਰਕੇ ਹੋਇਆ ਹੁੰਦਾ। ਕਿਤੇ ਨਾ ਕਿਤੇ SOP ਗਲਤ ਹੋਊਗੀ ਜਾਂ ਉਹਦੇ ਜਿਹੜੇ ਹੈਗੇ ਆ ਫਾਈਨੈਂਸ਼ੀਅਲ ਡਾਕੂਮੈਂਟ ਗਲਤ ਲਗਾਏ ਗਏ ਆ ਜਾਂ ਅਕੈਡਮਿਕ ਗਲਤ ਲਗਾਏ ਆ ਜਾਂ ਉਹਨੇ ਕੁਛ ਹੋਰ ਕੀਤਾ ਹੈ, ਉਹਨੂੰ ਕੋਰਸ ਹੀ ਅਲੱਗ ਦੇ ਦਿੱਤਾ। ਇੱਦਾਂ ਦੇ ਜਿਹੜੇ ਏਜੰਟਸ ਆ ਉਹਨਾਂ ਤੋਂ ਬਚੋ, ਫਰੋਡ ਤੋਂ ਬਚੋ। ਜਿਸ ਬੰਦੇ ਨੂੰ ਨੌਲੇਜ ਹੈਗੀ ਆ ਉਹਦੇ ਕੋਲ ਜਾਓ। ਜਿੱਥੇ ਵੀ ਤੁਸੀਂ ਆਪਣੀ ਫਾਈਲ ਅਪਲਾਈ ਕਰਨ ਜਾ ਰਹੇ ਆ ਉਹਦੀ ਕੇਸ ਸਟੱਡੀ ਦੇਖੋ, ਉਹਨੇ ਕਿੱਦਾਂ ਦੇ ਕੇਸ ਕੱਢੇ ਆ। ਜੇ ਉਹ ਤੁਹਾਨੂੰ ਆਪਣੀ ਕੇਸ ਸਟੱਡੀ ਨਹੀਂ ਦਿਖਾ ਪਾ ਰਹੇ, ਉਹਨਾਂ ਹੱਥਾਂ ਦੇ ਵਿੱਚ ਆਪਣੀ ਫਾਈਲ ਬਿਲਕੁਲ ਨਾ ਦਿਓ। ਤੁਹਾਡੀ ਫਾਈਲ ਹਮੇਸ਼ਾ ਜਿਹੜੀ ਆ ਗਲਤ ਹੱਥਾਂ ਦੇ ਵਿੱਚ ਜਾ ਕੇ ਹੀ ਖਰਾਬ ਹੁੰਦੀ ਆ। ਜੇ ਤੁਸੀਂ ਸਹੀ ਜੈਨੂਇਨ ਪਰਸਨ ਨਾਲ ਡੀਲ ਕਰ ਰਹੇ ਆ ਜੋ ਤੁਹਾਨੂੰ ਹਰ ਇੱਕ ਚੀਜ਼ ਦਾ ਜਵਾਬ ਸਹੀ ਦੇ ਰਿਹਾ ਆ, ਹਰ ਇੱਕ ਫਾਈਲਿੰਗ ਦਾ ਜਵਾਬ ਦੇ ਰਿਹਾ ਆ, ਅਤੇ ਤੁਹਾਡੀ ਫਾਈਲ ਕਦੀ ਰਿਫਿਊਜ਼ ਨਹੀਂ ਹੋਏਗੀ। ਅਤੇ ਸਰ ਗੱਲ ਕਰੀਏ ਕੋਵਿਡ ਪੈਂਡੇਮਿਕ ਦੀ, ਤਾਂ ਇਸ ਦੌਰਾਨ ਸਟੂਡੈਂਟ ਜਰਨੀ ਕਿੰਨੀ ਕੁ ਅਫੈਕਟ ਹੋਈ ਹੈ 2020-21 ਵਿੱਚ? ਕੋਵਿਡ ਪੈਂਡੇਮਿਕ ਨੇ ਸਟੂਡੈਂਟ ਲਾਈਫ 'ਤੇ ਅਸਰ ਜ਼ਰੂਰ ਪਾਇਆ, ਲੇਕਿਨ ਜਿਹੜੇ ਜੈਨੂਇਨ ਸਟੂਡੈਂਟਸ ਜੋ ਅੰਬੈਸੀ ਮੰਨਦੀ ਹੈ ਹਾਂ ਇਹ ਬੋਨਾਫਾਈਡ ਸਟੂਡੈਂਟ ਹੈ, ਉਹਨਾਂ ਦੀ ਲਾਈਫ ਟਰੈਕ 'ਤੇ ਆ, ਸਭ ਕੁਝ ਠੀਕ ਹੈ, ਉਹਨਾਂ ਦੀਆਂ ਕਲਾਸਾਂ ਚੱਲ ਰਹੀਆਂ, ਬੱਚੇ ਟਰੈਵਲ ਕਰ ਰਹੇ ਹੈ, ਸਾਡੇ ਰੈਗੂਲਰ ਵੀਜ਼ਾਜ਼ ਆ ਰਹੇ ਨੇ, ਸਾਡੀ ਰੈਗੂਲਰ PPRs ਆ ਰਹੀਆਂ ਨੇ, ਸਾਡੀਆਂ AIPਆਂ ਵੀ ਬਹੁਤ ਆਈਆਂ ਨੇ ਅਤੇ ਕੋਈ ਉਹਦੇ ਵਿੱਚ ਦਿੱਕਤ ਵਾਲੀ ਗੱਲ ਨਹੀਂ ਹੈਗੀ। ਕੋਵਿਡ ਪੈਂਡੇਮਿਕ ਨੇ ਕਿਸੇ ਨਿਆਣੇ ਨੂੰ ਖਰਾਬ ਨਹੀਂ ਕੀਤਾ। ਹਾਂ ਇਹ ਜ਼ਰੂਰ ਹੋਇਆ ਆ ਕਿ ਜਿਹੜਾ ਕੇਸ 3 ਮਹੀਨੇ ਦੇ ਵਿੱਚ ਕਲੀਅਰ ਹੋ ਜਾਂਦਾ ਸੀਗਾ ਉਹ ਥੋੜ੍ਹੀ ਪ੍ਰੋਸੈਸਿੰਗ ਡਿਲੇ ਦੇ ਕਾਰਨ, ਅੰਬੈਸੀ ਡਿਲੇ ਦੇ ਕਾਰਨ ਉਹ 3 ਮਹੀਨੇ ਦੀ ਜਗ੍ਹਾ 6 ਮਹੀਨੇ 'ਤੇ ਗਿਆ ਆ। ਲੇਕਿਨ ਬੱਚਾ ਕੈਨੇਡਾ ਗਿਆ ਆ ਔਰ ਹਲੇ ਵੀ ਟਰੈਵਲ ਕਰ ਰਹੇ ਆ। ਕੋਵਿਡ ਪੈਂਡੇਮਿਕ ਨੇ ਸਟੂਡੈਂਟ ਲਾਈਫ ਨੂੰ ਇੰਨਾ ਜ਼ਿਆਦਾ ਇਫੈਕਟ ਨਹੀਂ ਕੀਤਾ, ਸਿਰਫ ਪ੍ਰੋਸੈਸਿੰਗ ਡਿਲੇਜ਼ ਹੈ। ਅਤੇ ਸਰ ਜੇਕਰ ਆਪਾਂ ਗੱਲ ਕਰੀਏ ਇਨਕੁਆਇਰੀਜ਼ ਦੀ, ਤਾਂ ਕਿੱਥੋਂ ਇਨਕੁਆਇਰੀਜ਼ ਆ ਸਕਦੀਆਂ ਨੇ? ਦੇਖੋ ਸਾਨੂੰ ਆਲ ਓਵਰ ਵਰਲਡ ਇਨਕੁਆਇਰੀਜ਼ ਆਉਂਦੀਆਂ ਆ। ਸਾਡੇ ਕੋਲ ਕੈਨੇਡੀਅਨ ਕੇਸਿਸ ਹੁੰਦੇ ਆ, CEC ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਕੇਸਿਸ ਹੁੰਦੇ ਆ। ਫਿਰ ਬੰਬੇ, ਦਿੱਲੀ, ਕੇਰਲਾ, ਜੰਮੂ ਤੋਂ ਕੇਸਿਸ ਹੁੰਦੇ ਆ ਅਤੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ। ਹਰ ਜਗ੍ਹਾ ਤੋਂ ਆਪਾਂ ਵੀਜ਼ਾਜ਼ ਲਏ ਆ। ਹਲੇ ਵੀ ਜੰਮੂ ਦੇ ਬੱਚਿਆਂ ਦੀ ਫਾਈਲਾਂ ਲੱਗੀਆਂ ਆ, ਦਿੱਲੀ ਦੇ ਨਿਆਣਿਆਂ ਦੀਆਂ ਲੱਗੀਆਂ ਆ, ਹਰ ਜਗ੍ਹਾ ਤੋਂ ਕੇਸਿਸ ਆਉਂਦੇ ਆ ਮੈਮ। ਸਰ ਪਿਛਲੇ ਦਿਨ ਇੱਕ ਬਹੁਤ ਜ਼ਿਆਦਾ ਮੁੱਦਾ ਭਖਿਆ ਹੋਇਆ ਹੈ, ਹਰੇਕ ਪੰਜਾਬੀ ਦੀ ਜ਼ੁਬਾਨ 'ਤੇ ਹੈ, ਲਵਦੀਪ ਸਿੰਘ ਅਤੇ ਬੇਅੰਤ ਕੌਰ ਦਾ ਮਾਮਲਾ। ਸੋ ਕੀ ਸੀ ਇਹ ਮਾਮਲਾ ਕਿ ਪਰਿਵਾਰ ਦਾ ਵੀ ਦਾਅਵਾ ਹੈ ਕਿ ਉਹਨਾਂ ਦਾ 25 ਲੱਖ ਰੁਪਈਆ ਜਿਹੜਾ ਹੈ ਕੁੜੀ ਨੂੰ ਬਾਹਰ ਭੇਜਣ 'ਤੇ ਲੱਗ ਗਿਆ ਅਤੇ ਮੁੰਡਾ ਵੀ ਜਿਹੜਾ ਹੈ ਉਹਨਾਂ ਨੇ ਸੁਸਾਈਡ ਕਰ ਲਿਆ ਅਤੇ ਮੁੰਡਾ ਵੀ ਉਹਨਾਂ ਦੇ ਹੱਥ ਹੋ ਗਿਆ ਅਤੇ ਕੁੜੀ ਵੀ ਕੋਈ ਹੱਥ ਪੱਲਾ ਨਹੀਂ ਫੜਾ ਰਹੀ ਹੈ। ਸੋ ਕਿਸ ਪੁਆਇੰਟ ਆਫ ਵਿਊ ਦੇ ਨਾਲ ਤੁਸੀਂ ਇਸ ਮੈਟਰ ਨੂੰ ਦੇਖਦੇ ਹੋ? ਜਿੱਥੇ ਤੱਕ ਸਾਡਾ ਤਜਰਬਾ ਆ ਮੈਡਮ, ਇਹਦੇ ਵਿੱਚ 2 ਅਥਾਰਟੀਜ਼ ਦਾ ਕੰਮ ਹੈਗਾ ਆ, ਇੱਕ ਇੰਡੀਅਨ ਕੋਰਟਸ ਦਾ ਅਤੇ ਇੱਕ CIC ਦਾ। CIC ਦਾ ਜਿੱਥੇ ਕੰਮ ਹੈਗਾ ਆ, ਉਹ ਕੁੜੀ ਜਦੋਂ ਆਪਣਾ ਨੈਕਸਟ ਵੀਜ਼ਾ ਫਾਈਲ ਕਰੇਗੀ ਉਹਦੇ ਵਿੱਚ ਉਹਨੂੰ ਕੁਝ ਡਾਕੂਮੈਂਟਸ ਦੀ ਲੋੜ ਪੈਣੀ ਆ ਜੋ ਉਹਨੂੰ ਇੱਥੋਂ ਦੀ ਜਦ ਤੱਕ ਆਪਣਾ ਕੇਸ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਉਹਨੂੰ ਨਹੀਂ ਮਿਲਣੀ।
ਤੇ ਇਹਦਾ ਮਤਲਬ ਇਹ ਹੈ ਕਿ ਉਹ ਅੱਗੇ ਕੋਈ ਵੀ ਵੀਜ਼ਾ ਫਾਈਲ ਕਰਦੀ ਹੈ ਤਾਂ ਉਹਨੂੰ ਵੀਜ਼ਾ ਨਹੀਂ ਮਿਲਣਾ, ਇਹ ਦਾਅਵੇ ਵਾਲੀ ਗੱਲ ਆ। ਠੀਕ ਹੈ। ਤੇ ਜਿਹੜਾ ਮੁੰਡਾ ਸੀਗਾ ਉਹਨੇ ਜੋ ਕੀਤਾ ਉਹ ਸਾਡੇ ਯੂਥ ਦੇ ਵਿੱਚ ਉਹ ਚੀਜ਼ ਪ੍ਰਮੋਟ ਨਹੀਂ ਹੋਣੀ ਚਾਹੀਦੀ। ਤੇ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਹਰ ਮਹੱਲੇ ਦੇ ਵਿੱਚ ਇੱਕ ਲਵਦੀਪ ਤੇ ਇੱਕ ਬੇਅੰਤ ਕੌਰ ਹੈਗੀ ਹੈ। ਜੋ ਹੋ ਗਿਆ ਪੰਜਾਬ ਦੇ ਵਿੱਚ ਉਹ ਹੁਣ ਤੱਕ ਉਹਨੂੰ ਖਤਮ ਕਰ ਦੇਣਾ ਚਾਹੀਦਾ। ਤੇ ਅੱਗੇ ਜੋ ਵੀ ਲੋਕਾਂ ਨੂੰ ਇਸ ਕੇਸ ਤੋਂ ਇਹ ਅਲਰਟ ਹੋਣਾ ਚਾਹੀਦਾ ਕਿ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ। ਜੋ ਵੀ ਕਰਨਾ ਆ ਜੈਨੂਇਨ ਕਰੋ, ਜੈਨੂਇਨ ਸ਼ਾਦੀਆਂ ਹੀ ਕੰਮ ਆਉਂਦੀਆਂ ਆ, ਕੰਟਰੈਕਟ ਵੈਡਿੰਗਸ ਕੰਮ ਨਹੀਂ। ਹਾਲਾਂਕਿ ਉਹ ਦਾਅਵਾ ਕਰਦੇ ਆ ਕਿ ਉਹਨਾਂ ਦਾ ਜਿਹੜਾ ਵੈਡਿੰਗ ਸੀਗੀ ਉਹ ਜੈਨੂਇਨ ਸੀਗੀ। ਜੇ ਜੈਨੂਇਨ ਵੈਡਿੰਗ ਦੇ ਵਿੱਚ ਵੀ ਇਹ ਹੋ ਗਿਆ ਆ ਤਾਂ ਕੰਟਰੈਕਟ ਦੇ ਵਿੱਚ ਵੀ ਇਹ ਚੀਜ਼ਾਂ ਸਭ ਚੱਲਦੀਆਂ ਨੇ। ਤਾਂ ਇਹਨਾਂ ਚੀਜ਼ਾਂ ਨੂੰ ਗਲਤ ਪ੍ਰੈਕਟਿਸ ਨਾ ਕਰੋ। ਇਹ ਅਖੀਰ 'ਚ ਨੁਕਸਾਨ ਜਿਹੜਾ ਹੈਗਾ ਦੋਹਾਂ ਪਰਿਵਾਰਾਂ ਦਾ ਹੀ ਹੋਣਾ ਆ ਤੇ ਉਹਦਾ ਹੀ ਕੋਈ ਭਰਪਾਈ ਨਹੀਂ ਹੈਗੀ। ਜਿਸ ਤਰੀਕੇ ਨਾਲ ਹੁਣ ਮੁੰਡੇ ਦਾ ਘਰ ਬੀਤ ਰਿਹਾ ਹੈ ਉਹ ਗਲਤ। ਤੇ ਬੇਅੰਤ ਕੌਰ ਤਾਂ ਡਿਪੋਰਟ ਹੋਏਗੀ। ਮੁੰਡੇ ਦੀ ਫਾਈਲ ਲੱਗ ਜਾਣੀ ਚਾਹੀਦੀ ਸੀ। ਅਗਰ ਮੁੰਡਾ ਅੱਜ ਕੈਨੇਡਾ ਪਹੁੰਚ ਗਿਆ ਹੁੰਦਾ ਤਾਂ ਸਭ ਕੁਝ ਠੀਕ ਹੁੰਦਾ। ਤੇ ਅਸੀਂ ਇਹਦੇ 'ਚ ਕਹਿ ਸਕਦੇ ਹਾਂ ਕਿ ਗਲਤ ਗਾਈਡੈਂਸ ਦੀ ਵਜ੍ਹਾ ਨਾਲ ਕਿ 6 ਮਹੀਨੇ ਬਾਅਦ ਹੀ ਤੁਹਾਡਾ ਵੀਜ਼ਾ ਲੱਗੇ ਜਾਂ ਕੁਝ ਵੀ ਜਿੱਦਾਂ ਅਵੇਅਰਨੈਸ ਨਹੀਂ ਹੈ ਇਸ ਚੀਜ਼ ਨੂੰ ਲੈ ਕੇ, ਤਾਂ ਉਹਦੇ ਕਰਕੇ ਜਿਹੜਾ ਸਾਰਾ ਮੈਟਰ ਹੈ ਜਿਹੜਾ ਖੁੱਲਿਆ ਹੈ ਤੇ ਉਹਦੇ ਨਾਲ ਹੀ ਜਿਹੜੀ ਇੰਨੀ ਜ਼ਿਆਦਾ ਡਿਸਪਿਊਟ ਜਿਹੜੀ ਦੋ ਫੈਮਿਲੀਜ਼ ਦੇ ਵਿੱਚ ਵੱਧਦੇ ਜਾ ਰਹੇ ਨੇ। ਸੋ ਗੱਲ ਕਰੀਏ ਜੇਕਰ ਅਸੀਂ ਜਿਵੇਂ ਸਰਕਾਰ ਦਾ ਵੀ ਕਹਿਣਾ ਹੈ ਕਿ ਇਮੀਗ੍ਰੇਸ਼ਨ ਪਾਲਿਸੀ ਨੂੰ ਉਹ ਚੇਂਜ ਨਹੀਂ ਕਰੇਗੀ, ਸੋ ਇੱਦਾਂ ਦੇ ਮੁੱਦਿਆਂ ਤੋਂ ਕਿਸ ਤਰ੍ਹਾਂ ਦੇ ਨਾਲ ਬਚਿਆ ਜਾ ਸਕਦਾ ਹੈ? ਜੋ ਇਹ ਇਨਫੋਰਮੇਸ਼ਨ ਹੈ ਕਿ ਫਾਈਲ 3 ਮਹੀਨੇ ਬਾਅਦ ਲੱਗੇਗੀ, 6 ਮਹੀਨੇ ਬਾਅਦ ਲੱਗੇਗੀ, ਇਹ ਮਿਸਲੀਡਿੰਗ ਇਨਫੋਰਮੇਸ਼ਨ ਹੈ। ਜਿਹੜਾ ਬੰਦਾ ਇਹ ਕਹਿ ਰਿਹਾ ਹੈ ਕਿ 3 ਮਹੀਨੇ ਬਾਅਦ ਫਾਈਲ ਲੱਗੂਗੀ, 6 ਮਹੀਨੇ ਫਾਈਲ ਲੱਗੇਗੀ, ਉਸਕੋ ਆਪਣੀ ਫਾਈਲ ਬਿਲकुल ਨਾ ਲਵਾਓ। ਜਦ ਕੁੜੀ ਚਲੇ ਗਈ ਤਾਂ ਉਹਦੀ ਫਾਈਲ 1 ਦਿਨ ਬਾਅਦ ਲੱਗ ਸਕਦੀ ਹੈ। ਸਪਾਊਸ ਸਟੱਡਿੰਗ ਇਨ ਕੈਨੇਡਾ ਦੇ ਅੰਡਰ ਉਹ ਐਲੀਜੀਬਲ ਹੋ ਜਾਂਦੀ ਹੈ ਕਿ ਆਪਣੇ ਸਪਾਊਸ ਨੂੰ ਓਪਨ ਵਰਕ ਵੀਜ਼ੇ 'ਤੇ ਬੁਲਾ ਲਵੇ। ਤੇ ਇਹਦੀ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਉਹ 2 ਤੋਂ 3 ਮਹੀਨੇ ਦਾ ਹੈ ਤੇ ਬਹੁਤ ਈਜ਼ੀਲੀ ਸਪਾਊਸ ਪਹੁੰਚ ਜਾਂਦਾ। ਆਪਾਂ ਵੀ ਦਾਅਵਾ ਕਰਦੇ ਹਾਂ ਕਿ ਹਾਂਜੀ ਜੇ ਸਾਡੇ ਕੋਲ ਕੋਈ ਕੇਸ ਆਉਂਦਾ ਆ ਤਾਂ ਆਪਾਂ ਉਸ ਸਪਾਊਸ ਨੂੰ ਪਹੁੰਚਾ ਦੇਈਦਾ ਆ। ਕੋਈ ਐਸੀ ਐਡੀ ਵੱਡੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ। ਹਰ ਕੇਸ ਅਨੋਖਾ ਆ ਤੇ ਉਹਨੂੰ ਸਾਨੂੰ ਉਸ ਅਕੋਰਡਿੰਗਲੀ ਹੀ ਚੱਲਣਾ ਪੈਂਦਾ ਹੈ। ਤੇ ਜਦ ਤੱਕ ਲੋਕ ਇਹ ਨਹੀਂ ਸਮਝੂਗੇ, ਗਲਤ ਹੱਥਾਂ ਦੇ ਵਿੱਚ ਆਪਣੀ ਫਾਈਲਾਂ ਨੂੰ ਦਊਗੇ, ਜੋ ਬੰਦਾ ਤੁਹਾਨੂੰ ਸ਼ੁਰੂ ਤੋਂ ਹੀ ਗਲਤ ਐਡਵਾਈਸ ਕਰਦਾ ਪਿਆ, ਤਾਂ ਇਹ ਕੰਸੀਕੁਐਂਸਿਸ ਜਿਹੜੇ ਹੈਗੇ ਆ ਉਹ ਆਣੇ ਹੀ ਆਣੇ। ਪੰਜਾਬ ਨੂੰ ਅੱਜ ਦੀ ਡੇਟ ਦੇ ਵਿੱਚ ਇਸ ਪ੍ਰੈਕਟਿਸ ਤੋਂ ਬਚਣ ਦੀ ਬਹੁਤ ਲੋੜ ਆ। ਲਵਦੀਪ ਨੇ ਜੋ ਕੀਤਾ ਉਹ ਦੂਜਿਆਂ ਨੂੰ ਜਾਗਰੂਕ ਕਰ ਰਿਹਾ ਕਿ ਮੇਰੇ ਨਾਲ ਇਹ ਹੋਇਆ ਆ, ਤੁਸੀਂ ਬਚ ਜਾਓ। ਕਿਉਂਕਿ ਇੱਥੇ ਜਿਹੜਾ ਪੈਸੇ ਦਾ ਮਾਮਲਾ ਆ ਉਹ ਬਹੁਤ ਰਕਮ ਜਿਹੜੀ ਆ ਵੱਡੀ ਆ, ਹਰ ਕੋਈ ਅਫੋਰਡ ਨਹੀਂ ਕਰ ਪਾਉਂਦਾ। ਪਲੱਸ ਬੱਚੇ ਦੀ ਜੋ ਜਾਨ ਗਈ ਆ ਉਹ ਅਲੱਗ ਆ, ਸਾਡੀ ਸਿੰਪਥੀ ਉਹਨਾਂ ਦੇ ਨਾਲ ਆ ਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ। ਬੇਅੰਤ ਨੂੰ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ ਸੀ, ਮੁੰਡੇ ਦੀ ਫਾਈਲ ਉਹ ਲੱਗਣੀ ਚਾਹੀਦੀ ਸੀਗੀ। ਜੇ ਉਹਦਾ ਵੀਜ਼ਾ ਜਿਹੜਾ ਹੈਗਾ ਆ ਪੰਜਾਬ ਤੋਂ ਲੱਗ ਸਕਦਾ ਤਾਂ ਮੁੰਡੇ ਦਾ ਵੀ ਲੱਗ ਜਾਣਾ ਸੀਗਾ ਜੀ। ਕਿਉਂਕਿ ਉਹ ਦਾਅਵਾ ਕਰਦੇ ਆ ਕਿ ਉਹਨਾਂ ਦੀ ਜੈਨੂਇਨ ਵੈਡਿੰਗ ਸੀਗੀ, ਕੋਈ ਕੰਟਰੈਕਟ ਦਾ ਤਾਂ ਕੋਈ ਚੱਕਰ ਹੀ ਨਹੀਂ ਸੀ। ਤਾਂ ਬਾਹਰ ਜਾ ਕੇ ਕੁੜੀ ਨੇ ਕੀ ਕੀਤਾ ਹੈ, ਕਿੱਦਾਂ ਕੀਤਾ ਆ, ਇਸ ਬਾਰੇ ਕੋਈ ਇਨਫੋਰਮੇਸ਼ਨ ਹੀ ਹੈ ਨਹੀਂ ਗੀ, ਹੈ ਨਾ। ਕਿਸੇ ਚੀਜ਼ ਦੀ ਕਿਸੇ ਦੇ ਆਪਾਂ ਗੱਲ ਨਿਕਲੀ ਦਾ ਕੋਈ ਆਪਾਂ ਯਕੀਨ ਨਹੀਂ ਕਰ ਸਕਦੇ। ਇਹ ਸਭ ਹੀਅਰਸੇ ਐਵੀਡੈਂਸਿਸ ਹੁੰਦੇ ਆ, ਆਪਾਂ ਇਹਨਾਂ ਨੂੰ ਬਿਲਕੁਲ ਨਹੀਂ ਮੰਨ ਸਕਦੇ। ਜਦ ਤੱਕ ਬੇਅੰਤ ਕੌਰ ਨਹੀਂ ਸਹੀ ਸਟੇਟਮੈਂਟ ਦਿੰਦੀ ਉਦੋਂ ਤੱਕ ਇਸ ਕੇਸ ਦਾ ਕੁਝ ਨਹੀਂ ਬਣਨਾ ਹੈਗਾ। ਪਰ ਇਹ ਪੱਕਾ ਹੈਗਾ ਆ ਕਿ ਜੇ ਉਹ ਆਪਣੀ ਅੱਗੇ ਦੀ ਵਰਕ ਪਰਮਿਟ ਦੀ ਫਾਈਲ ਲਾਊਗੀ ਜਾਂ ਐਕਸਟੈਂਡ ਕਰਵਾਊਗੀ ਆਪਣਾ ਵਰਕ ਪਰਮਿਟ ਜਾਂ PR ਦੀ ਫਾਈਲ ਲਾਊਗੀ ਤਾਂ ਉਹਦਾ ਉਹ ਬੈਕਗਰਾਊਂਡ ਚੈੱਕ ਜਿਹੜਾ ਹੈਗਾ ਆ ਉਹ ਕਲੀਅਰ ਨਹੀਂ ਹੋਣਾ ਹੈਗਾ। ਉਹਨੂੰ ਇੱਕ ਵਾਰੀ ਇੰਡੀਆ ਆ ਕੇ ਆਪਣੇ ਜਿਹੜੇ ਕੇਸ ਹੈਗੇ ਆ ਉਹ ਕਲੀਅਰ ਕਰਨੇ ਪਊਗੇ। ਕਿਉਂਕਿ ਉਹਨਾਂ ਦਾ ਵਿਆਹ ਜਿਹੜਾ ਹੋਇਆ ਸੀਗਾ ਉਹ ਹਿੰਦੂ ਮੈਰਿਜ ਐਕਟ ਦੇ ਅੰਡਰ ਹੋਇਆ ਆ ਤੇ ਉਹ ਉੱਥੇ ਜਿਹੜਾ ਹੈਗਾ ਆ ਵੋਇਡ ਹੋਇਆ ਆ ਤੇ ਇਹ ਉਹਨਾਂ ਨੂੰ ਕੇਸ ਜਿਹੜਾ ਚੱਲਦਾ ਆ ਕਲੀਅਰ ਕਰਨਾ ਪਏਗਾ। ਤਾਂ ਹੀ ਉਹਨਾਂ ਨੂੰ ਇੱਥੇ ਦੀਆਂ ਪੁਲਿਸ ਕਲੀਅਰੈਂਸਸ ਮਿਲਣਗੀਆਂ ਤੇ ਉਹਨਾਂ ਦੀ ਫਾਈਲ ਜਿਹੜੀ PR ਦੀ ਅੱਗੇ ਦੀ ਕਲੀਅਰ ਹੋਊਗੀ। ਸਰ ਅੱਜ ਕੱਲ੍ਹ ਅਸੀਂ ਜ਼ਿਆਦਾਤਰ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਫਰੋਡ ਹੋਣ ਲੱਗ ਗਏ ਨੇ ਇਸ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ। ਸੋ ਕੀ ਤੁਸੀਂ ਦੇਖਦੇ ਹੋ ਕਿ ਜੇਕਰ ਅਸੀਂ ਬਾਹਰ ਜਾਂਦੇ ਆਪਣੇ ਘਰ ਤੋਂ ਬਾਹਰ ਨਿਕਲਦੇ ਹਾਂ ਕਿ ਅਸੀਂ ਇੱਕ ਵਧੀਆ ਕੰਸਲਟੈਂਟ ਦੇ ਕੋਲ ਜਾਈਏ, ਸੋ ਅਸੀਂ ਉਹਦੀ ਕਿਸ ਤਰ੍ਹਾਂ ਪਹਿਚਾਣ ਕਰਾਂਗੇ? ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਫਰੋਡ ਦਾ ਸ਼ਿਕਾਰ ਹੋ ਜਾਂਦੇ ਨੇ ਸਟੂਡੈਂਟਸ। ਕਿ ਕੋਈ ਕਹਿ ਦਿੰਦਾ ਹੈ ਕਿ ਘੱਟ ਪੈਸਿਆਂ ਦੇ ਵਿੱਚ ਅਸੀਂ ਤੁਹਾਨੂੰ ਉਹ ਕੈਨੇਡਾ ਪਹੁੰਚਾ ਦਾਂਗੇ, ਪਰ ਬਾਅਦ ਵਿੱਚ ਜਿਹੜਾ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਬੱਚੇ। ਸੋ ਕਿਸ ਤਰ੍ਹਾਂ ਪਹਿਚਾਣ ਸਕਦੇ ਹਾਂ ਅਸੀਂ ਇੱਕ ਵਧੀਆ ਕੰਸਲਟੈਂਟ ਨੂੰ? ਦੇਖੋ, ਇਸ ਸਵਾਲ ਦਾ ਜਿਹੜਾ ਜਵਾਬ ਆ ਉਹ ਤੁਹਾਡੇ ਕੁਐਸਚਨ 'ਚ ਹੀ ਹੈ।
ਜਦੋਂ ਆਪਾਂ ਘਰੋਂ ਨਿਕਲਦੇ ਹਾਂ ਸਾਨੂੰ ਇਹੀ ਡਰ ਹੁੰਦਾ ਹੈ ਕਿ ਇਹ ਬੰਦਾ ਜਿਹੜਾ ਹੈ ਜਿਹਦੇ ਕੋਲ ਆਪਾਂ ਚੱਲੇ ਆ ਇਹ ਸਾਨੂੰ ਸਹੀ ਰਾਹ ਤੇ ਪਾ ਦੇਵੇ, ਹੈ ਨਾ। ਤੁਸੀਂ ਜਾਣਦੇ ਆ ਉਹਦੇ ਕੋਲ ਉਹਦੀ ਕੇਸ ਸਟੱਡੀ ਦੇਖੋ, ਉਹਨੇ ਕੀ ਕੀਤਾ ਹੈ, ਉਹਦਾ ਕੰਮ ਦੇਖੋ, ਉਹਦਾ ਪੋਰਟਫੋਲੀਓ ਦੇਖਿਓ। ਫੀਡਬੈਕ ਹਰ ਸਟੂਡੈਂਟ ਦੇ ਕੋਲ ਹੁੰਦਾ ਹੈ ਕਿ ਹਾਂਜੀ ਆਹ ਬੰਦਾ ਇੱਥੇ ਬੈਠਾ ਆਹ ਕੰਮ ਕਰਦਾ ਪਿਆ ਹੈ, ਅਤੇ ਉਹ ਜੈਨੂਇਨ ਹੁੰਦਾ। ਇੱਕ ਬੰਦਾ ਗਲਤ ਕਹਿ ਦੂਗਾ, ਦੋ ਗਲਤ ਕਹਿ ਦੂਗੇ, ਹਰ ਇੱਕ ਗਲਤ ਨਹੀਂ ਕਹਿੰਦਾ। ਹਰ ਇੱਕ ਬੰਦੇ ਦੀ ਇੱਕ ਰੈਪਿਊਟੇਸ਼ਨ ਆ, ਰੈਪਿਊਟੇਸ਼ਨ ਦੇਖੋ, ਉਹਦੀ ਕੇਸ ਸਟੱਡੀਜ਼ ਦੇਖੋ, ਤੁਹਾਨੂੰ ਆਪੇ ਹੀ ਬੰਦੇ ਬਾਰੇ ਪਤਾ ਲੱਗ ਜਾਊਗਾ। ਫਰੋਡ ਇੱਦਾਂ ਦੀ ਚੀਜ਼ ਹੈ, ਇਕੱਲੀ ਇਮੀਗ੍ਰੇਸ਼ਨ ਇੰਡਸਟਰੀ 'ਚ ਨਹੀਂ ਹੋ ਰਿਹਾ, ਹਰ ਇੱਕ ਇੰਡਸਟਰੀ 'ਚ ਫਰੋਡ ਹੁੰਦਾ ਆ। ਹਾਂ, ਇਹ ਸਾਡੀ ਫੀਲਡ ਦੇ ਵਿੱਚ ਹਾਈਲਾਈਟ ਜ਼ਿਆਦਾ ਹੁੰਦਾ ਕਿਉਂਕਿ ਇੱਥੇ ਮਨੀ ਦਾ ਜਿਹੜਾ ਕੰਮ ਹੈਗਾ ਆ ਉਹ ਜ਼ਿਆਦਾ ਮਨੀ ਇਨਵੋਲਵਡ ਆ, ਅਤੇ ਜਦੋਂ ਜ਼ਿਆਦਾ ਵੱਡਾ ਫਰੋਡ ਹੁੰਦਾ ਆ ਉਹ ਜ਼ਿਆਦਾ ਨਿਗਾਹ ਦੇ ਵਿੱਚ ਆਉਂਦਾ ਆ। ਅਤੇ ਫਰੋਡ ਹਰ ਇੱਕ ਇੰਡਸਟਰੀ ਦੇ ਵਿੱਚ ਆ, ਸਿਰਫ ਇਮੀਗ੍ਰੇਸ਼ਨ ਦੇ ਵਿੱਚ ਨਹੀਂ ਆ। ਤੇ ਸਰ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਤੇ ਕਿਸ ਤਰ੍ਹਾਂ ਪਹਿਚਾਣ ਕੀਤੀ ਜਾ ਸਕਦੀ ਹੈ ਸੋ ਫਰੋਡ ਨਾ ਹੋਵੇ ਸਾਡੇ ਨਾਲ, ਇਸ ਤੋਂ ਬਚਣ ਦੇ ਕੀ ਅਸੀਂ ਕਰ ਸਕਦੇ ਹਾਂ? ਜਿਹੜਾ ਤੁਹਾਡਾ ਪ੍ਰੋਸੈਸ ਹੈ ਉਹ ਟੋਟਲੀ ਟਰਾਂਸਪੇਰੈਂਟ ਹੋਣਾ ਚਾਹੀਦਾ। ਜਿੱਦਾਂ ਸਾਡੇ ਕੋਲ ਨਿਆਣੇ ਆਉਂਦੇ ਆ, ਆਪਾਂ ਉਹਨਾਂ ਦੀ ਹੀ ਈਮੇਲ 'ਤੇ ਸਾਰਾ ਐਕਸੈਸ ਕਰ ਰੱਖਦੇ ਹਾਂ, ਸਭ ਕੁਝ ਉਹਨਾਂ ਦੇ ਲਈ ਟਰਾਂਸਪੇਰੈਂਟ ਹੁੰਦਾ। ਉਹ ਕਿਤੇ ਵੀ ਆਪਣਾ ਜਿਹੜਾ ਹੈਗਾ ਆਪਣਾ ਕਾਲਜ ਤੋਂ ਇਨਫੋਰਮੇਸ਼ਨ ਲੈ ਸਕਦੇ ਆ, ਅੰਬੈਸੀ ਤੋਂ ਇਨਫੋਰਮੇਸ਼ਨ ਲੈ ਸਕਦੀ ਹੈ, ਸਾਰੀ ਇਨਫੋਰਮੇਸ਼ਨ ਅੰਬੈਸੀ 'ਤੇ ਅਪਲੋਡ ਹੁੰਦੀ, ਉਹ ਚੈੱਕ ਕਰ ਸਕਦੇ ਆ। ਅਤੇ ਇਹ ਚੀਜ਼ਾਂ ਦੇ ਵਿੱਚ ਕੰਜ਼ਿਊਮਰ ਨੂੰ ਹੀ ਆਪਣਾ ਜਿਹੜਾ ਆ ਅਲਰਟ ਹੋਣਾ ਪਏਗਾ। ਤੁਹਾਨੂੰ ਥੋੜ੍ਹਾ ਜਿਹਾ ਇਨਫੋਰਮੇਸ਼ਨ ਗ੍ਰੈਬ ਕਰਨੀ ਪਏਗੀ, ਨਹੀਂ ਗ੍ਰੈਬ ਕਰ ਹੁੰਦੀ ਸਾਡੇ ਦਫ਼ਤਰ 'ਚ ਆਓ, ਆਪਾਂ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਾਂਗੇ, ਕੋਈ ਪ੍ਰੋਬਲਮ ਨਹੀਂ ਹੈਗੀ, ਅਤੇ ਵਧੀਆ ਗਾਈਡ ਕਰ ਦਿਆਂਗੇ। ਸੋ ਸਰ ਬਹੁਤ ਅੱਛੀ ਤੁਸੀਂ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕੀਤੀ ਹੈ, ਅਤੇ ਅੰਤ ਵਿੱਚ ਮੈਂ ਚਾਹਾਂਗੀ ਕਿ ਤੁਸੀਂ ਸਾਡੇ ਨਾਲ ਇਹ ਵੀ ਗੱਲ ਸ਼ੇਅਰ ਕਰੋ ਕਿ ਜਿਵੇਂ ਕਿਸੇ ਦਾ ਵੀਜ਼ਾ ਲੱਗ ਜਾਂਦਾ ਹੈ, ਸਟੂਡੈਂਟ ਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ, ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਉਸ ਵੇਲੇ? ਦੇਖੋ, ਸਾਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਦਾ ਵੀ ਵੀਜ਼ਾ ਲੱਗਦਾ ਹੈ, ਕਿਉਂਕਿ ਸਾਨੂੰ ਪਤਾ ਹੈ ਇਸ ਬੱਚੇ ਨੇ ਜਾ ਕੇ ਹੁਣ ਲਾਈਫ 'ਚ ਸੈੱਟ ਹੋ ਜਾਣਾ ਹੈ। ਆਉਣ ਵਾਲੇ 2 ਸਾਲਾਂ ਦੇ ਵਿੱਚ ਇਹ ਆਪਣੇ ਫੇਸਬੁੱਕ 'ਤੇ ਇੰਸਟਾਗ੍ਰਾਮ 'ਤੇ ਆਪਣੀ ਪੋਸਟ ਅਪਲੋਡ ਕਰਦੇ ਨੇ ਨਿਆਣੇ, ਜਿਹਦੇ 'ਚ ਉਹਨਾਂ ਨੇ ਕਿਸੇ ਨੇ ਗੱਡੀ ਲਈ ਹੁੰਦੀ ਹੈ, ਕਿਸੇ ਨੇ ਘਰ ਲਿਆ ਹੁੰਦਾ ਹੈ, ਕੋਈ ਪਾਉਂਦਾ ਹੈ ਕਿ ਹਾਂਜੀ ਮੈਂ PR ਹੋ ਗਿਆ ਹਾਂ। ਅਤੇ ਇਹ ਜਿਹੜੇ ਸਟੂਡੈਂਟਸ ਹੈ ਹੋਰ ਅੱਗੇ ਜਾ ਕੇ ਸਟਰੈਂਥ ਗੇਨ ਕਰਦੇ ਆ ਅਤੇ ਮਤਲਬ ਵਧੀਆ ਲਾਈਫ ਆਪਣੀ ਲਾਈਫ ਦੇ ਵਿੱਚ ਵਧੀਆ ਕਰਦੇ ਆ। ਸਾਡਾ ਰੋਲ ਇਹ ਹੈ ਕਿ ਆਪਾਂ ਉਹਨਾਂ ਨੂੰ ਸਹੀ ਜਗ੍ਹਾ ਦੇ ਉੱਤੇ ਲੈਂਡ ਕਰਵਾਇਆ, ਸਹੀ ਕਾਲਜ ਚੁਣਵਾਇਆ ਅਤੇ ਸਹੀ ਕੋਰਸ ਚੂਜ਼ ਕਰਵਾਇਆ, ਅਤੇ ਇਹ ਉਹਨਾਂ ਦੀ ਲਾਈਫ ਦੇ ਵਿੱਚ ਇੱਕ ਰੋਲ ਪਲੇ ਕਰਦਾ ਹੀ ਕਰਦਾ ਹੈ। ਅਤੇ ਸਟੂਡੈਂਟ ਸਾਨੂੰ ਕ੍ਰੈਡਿਟ ਦਿੰਦੇ ਆ ਇਸ ਚੀਜ਼ ਦਾ 4-4 ਸਾਲ ਬਾਅਦ, 5 ਸਾਲ ਬਾਅਦ, 7 ਸਾਲ ਬਾਅਦ, ਜਦੋਂ ਵੀ ਉਹ ਇੰਡੀਆ ਵਾਪਸ ਆਉਂਦੇ ਆ ਸਾਨੂੰ ਮਿਲ ਕੇ ਜਾਂਦੇ ਆ ਅਤੇ ਥੈਂਕਸ ਕਰਦੇ ਆ ਕਿ ਹਾਂਜੀ ਸਰ ਆਪਾਂ ਲੱਕੀ ਆ ਕਿ ਤੁਹਾਡੇ ਕੋਲੋਂ ਆਪਾਂ ਫਾਈਲ ਜਿਹੜੀ ਆ ਲਗਵਾਈ ਸੀਗੀ। ਅਤੇ ਉਹ ਚੀਜ਼ ਸਾਨੂੰ ਮੋਟੀਵੇਟ ਵੀ ਕਰਦੀ ਹੈ ਅਤੇ ਇੰਸਪਾਇਰ ਵੀ ਕਰਦੀ ਹੈ ਕਿ ਇਹ ਆਪਾਂ ਇਸ ਲਾਈਨ ਦੇ ਨਾਲ ਜੁੜੇ ਰਹੀਏ ਅਤੇ ਜਿਹੜੇ ਬੱਚਿਆਂ ਦਾ ਫਿਊਚਰ ਆ ਉਹ ਆਪਾਂ ਬਣਾਉਂਦੇ ਰਹੀਏ। ਅਤੇ ਸਰ ਜਦੋਂ ਤੁਸੀਂ ਕਿਸੇ ਦਾ ਵੀਜ਼ਾ ਲਗਾਉਂਦੇ ਹੋ, ਫਾਈਲ ਲਗਾਉਂਦੇ ਹੋ, ਕੀ ਤੁਹਾਡੇ ਮਨ ਦੇ ਵਿੱਚ ਵੀ ਡਰ ਹੁੰਦਾ ਹੈ ਕਿ ਸ਼ਾਇਦ ਇਹਦੀ ਫਾਈਲ ਰਿਫਿਊਜ਼ ਵੀ ਹੋ ਸਕਦੀ ਹੈ, ਤਾਂ ਕਿੱਦਾਂ ਦਾ ਜਿਹੜਾ ਇੰਨੀ ਜ਼ਿਆਦਾ ਇਮੇਜ ਬਣੀ ਹੋਈ ਹੈ ਉਹਦੇ 'ਤੇ ਵੀ ਇਫੈਕਟ ਪੈ ਸਕਦਾ ਹੈ? ਕੀ ਡਰ ਵੀ ਹੁੰਦਾ ਹੈ ਤੁਹਾਡੇ ਮਨ 'ਚ? ਡਰ ਮੈਮ ਦੇਖੋ, ਤਜਰਬਾ ਇੰਨਾ ਹੋ ਗਿਆ ਕਿ ਡਰ ਨਹੀਂ ਹੈ ਅੱਜ ਦੀ ਡੇਟ ਦੇ ਵਿੱਚ, ਲੇਕਿਨ ਹਾਂ ਕਿਤੇ ਨਾ ਕਿਤੇ ਡੈਸਟੀਨੀ ਰੋਲ ਪਲੇ ਕਰਦੀ ਆ। ਬੱਚੇ ਦੀ ਕਿਸਮਤ 1% ਵਿੱਚ ਆਉਂਦੀ ਹੈਗੀ ਹੈ ਨਾ। ਅਤੇ ਸਾਨੂੰ ਇੰਨਾ ਤਜਰਬਾ ਹੋ ਗਿਆ ਕਿ ਆਪਾਂ ਦਾਅਵੇ ਨਾਲ ਦੱਸ ਦਿੰਦੇ ਹਾਂ ਕਿ ਹਾਂ ਤੂੰ ਇਸ ਪ੍ਰੋਫਾਈਲ ਦਾ ਵੀਜ਼ਾ ਆਏਗਾ ਕਿ ਨਹੀਂ ਆਏਗਾ। ਅਤੇ ਮੈਂ ਸਰ ਚਾਹੂੰਗੀ ਅੰਤ ਵਿੱਚ ਜਿਹੜੇ ਦਰਸ਼ਕ ਇਸ ਵੇਲੇ ਸਾਨੂੰ ਦੇਖ ਰਹੇ ਨੇ, ਜੇਕਰ ਉਹ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ ਤਾਂ ਤੁਸੀਂ ਉਹਨਾਂ ਨੂੰ ਆਪਣੀ ਆਫੀਸ਼ੀਅਲ ਐਡਰੈਸ ਐਂਡ ਕੰਟੈਕਟ ਨੰਬਰ ਮੈਂਸ਼ਨ ਕਰ ਦਿਓ ਤਾਂ ਕਿ ਉਹਨਾਂ ਨੂੰ ਈਜ਼ੀ ਹੋ ਸਕੇ ਤੁਹਾਡੇ ਨਾਲ ਸੰਪਰਕ ਕਰਨਾ। ਜਿਹੜੇ ਸਾਡੇ ਦਫ਼ਤਰ ਹੈਗੇ ਆ ਉਹ ਇੱਕ ਜਲੰਧਰ ਰੋਡ ਦੇ ਉੱਤੇ ਹੈਗਾ ਆ, ਅਤੇ ਦੂਜਾ ਦਫ਼ਤਰ ਸਾਡਾ ਹੈਗਾ ਗੌਰਮੈਂਟ ਕਾਲਜ ਦੇ ਕੋਲ, ਅਤੇ ਨੰਬਰ ਸਾਡਾ ਹੈਗਾ 9652 9652। ਇਹਦੇ ਉੱਤੇ ਤੁਸੀਂ ਆਪਣੀ ਕਾਲ ਕਰਕੇ ਅਪੋਇੰਟਮੈਂਟ ਫਿਕਸ ਕਰਕੇ ਅਤੇ ਸਾਡੇ ਨਾਲ ਮਿਲ ਸਕਦੇ ਆ। ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਸਪਾਊਸ ਦੇ ਰਿਲੇਟਡ, ਸਪਾਊਸ ਸਟੱਡਿੰਗ ਇਨ ਕੈਨੇਡਾ ਦੇ ਰਿਲੇਟਡ, ਫਿਰ ਵਿਜ਼ਿਟਰ ਵੀਜ਼ਾ ਦੇ ਰਿਲੇਟਡ, PR ਦੇ ਵਿੱਚ CEC ਕਲਾਸ, FSTW, FSW, PNP, ਇਹਦੇ ਰਿਲੇਟਡ ਅਗਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈਗੀ ਹੈ ਤੁਸੀਂ ਸਾਡੇ ਦਫ਼ਤਰ ਵਿਜ਼ਿਟ ਕਰਕੇ ਸਾਡੇ ਕੋਲੋਂ ਲੈ ਸਕਦੇ ਹਾਂ। ਅਤੇ ਇਹਦਾ ਕੋਈ ਫ੍ਰੀ ਆਫ ਕਾਸਟ ਹੈਗੀ ਹੈ, ਕੋਈ ਇਹਦੇ ਚਾਰजेस ਨਹੀਂ ਹੈਗੇ। ਜਿੱਥੇ ਤੱਕ ਆਪਾਂ ਸੇਵਾ ਕਰ ਸਕਦੇ ਹਾਂ ਆਪਾਂ ਸੇਵਾ ਵੀ ਕਰਦੇ ਹਾਂ, ਪਲੱਸ ਬੰਦਿਆਂ ਨੂੰ ਸਹੀ ਰਾਹ 'ਤੇ ਪਾਉਣਾ ਹੀ ਸਾਡਾ ਕੰਮ ਆ, ਅਤੇ ਉਹ ਆਪਾਂ ਬਹੁਤ ਬਖੂਬੀ ਕਰ ਰਹੇ ਹਾਂ। ਸੋ ਦਰਸ਼ਕੋ, ਇਹ ਸਨ ਅਨੁਜ ਵਾਲੀਆ ਜੀ, ਬਹੁਤ ਅੱਛੀ ਜਾਣਕਾਰੀ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕਿਸ ਤਰ੍ਹਾਂ ਇੱਕ ਵਧੀਆ ਕੰਸਲਟੈਂਟ ਦੀ ਚੋਣ ਕੀਤੀ ਜਾਵੇ ਜਿਹੜਾ ਤੁਹਾਨੂੰ ਸਹੀ ਰਸਤੇ ਦੇ ਵਿੱਚ ਪਾਏਗਾ,
ਤੇ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ 2012 ਤੋਂ ਇਸ ਫੀਲਡ ਦੇ ਨਾਲ ਹੀ ਜੁੜੇ ਹੋਏ ਨੇ, ਇੱਕ ਐਡਵੋਕੇਟ ਹੁੰਦੇ ਹੋਏ ਇਮੀਗ੍ਰੇਸ਼ਨ ਦੇ ਨਾਲ ਵੀ ਜੁੜੇ ਹੋਏ ਨੇ, ਤਾਂ ਕਿ ਜਿਹੜੇ ਬੱਚੇ ਹੈ ਉਹਨਾਂ ਦਾ ਫਿਊਚਰ ਸਿਕਿਉਰ ਹੋ ਸਕੇ, ਉਹਨਾਂ ਨੂੰ ਇੱਕ ਅੱਛੀ ਗਾਈਡੈਂਸ ਮਿਲ ਸਕੇ। ਸੋ ਜਿਹੜਾ ਇਹਨਾਂ ਦਾ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ ਇਹਨਾਂ ਤੇ, ਅੱਜ ਵੀ ਉਸ ਵਿਸ਼ਵਾਸ ਦੇ ਉੱਤੇ ਕਾਇਮ ਨੇ, ਜਿਸ ਕਰਕੇ ਲੋਕ ਇਹਨਾਂ ਨੂੰ ਹੀ ਫਰਸਟ ਪ੍ਰੈਫਰੈਂਸ ਦਿੰਦੇ ਨੇ ਕਿ ਜੇਕਰ ਅਸੀਂ ਵਿਦੇਸ਼ ਜਾਣਾ ਹੈ ਜਾਂ ਉਹਦੇ ਬਾਰੇ ਸਾਨੂੰ ਕੋਈ ਕੁਐਰੀਜ਼ ਹੈ ਤਾਂ ਇਹਨਾਂ ਦੇ ਕੋਲ ਆ ਕੇ ਹੀ ਕਲੀਅਰ ਕਰਨ। ਸੋ ਇਹਨਾਂ ਨੇ ਆਪਣੇ ਐਡਰੈਸ ਵੀ ਮੈਂਸ਼ਨ ਕੀਤੇ ਨੇ। ਸੋ ਇੱਕ ਵਾਰ ਤੁਸੀਂ ਇਹਨਾਂ ਦੇ ਆਫਿਸਿਸ ਦੇ ਵਿੱਚ ਆ ਕੇ ਜ਼ਰੂਰ ਵਿਜ਼ਿਟ ਕਰੋ ਤੇ ਜਿੰਨੀ ਵੀ ਤੁਹਾਡੀ ਕੁਐਰੀਜ਼ ਹੈ ਉਹਨੂੰ ਜ਼ਰੂਰ ਕਲੀਅਰ ਕਰੋ। ਸੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਦਾਅਵਾ ਵੀ ਕੀਤਾ ਹੈ ਜੇਕਰ 25 ਸਾਲ ਦਾ ਵੀ ਸਟੱਡੀ ਗੈਪ ਹੈ ਤਾਂ ਉਹਦੇ ਵਿੱਚ ਵੀ ਇਹ ਡੀਲ ਕਰਦੇ ਨੇ ਤੇ ਵੀਜ਼ਾ ਲਗਵਾਉਂਦੇ ਨੇ। ਸੋ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਵਾਸਤੇ ਬਨੇ ਰਹੋ ਸੁਰ ਪੰਜਾਬ ਦੇ ਨਾਲ।